ਸਤਿ ਸ਼੍ਰੀ ਅਕਾਲ। ਖਬਰ ਪੜਤਾਲ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ। ਖਬਰ ਪੜਤਾਲ ਦੇ ਵਿੱਚ ਪੰਜਾਬ ਦੀਆਂ ਖਾਸ ਖਬਰਾਂ ਲੈ ਕੇ ਹਾਜ਼ਰ ਹਾਂ। ਸ਼੍ਰੀ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਦੀ ਗੱਲ ਵੀ ਕਰਾਂਗੇ ਕਿਉਂਕਿ 1 ਸਾਲ ਦਾ ਪੂਰਾ ਸਮਾਂ ਹੋ ਚੁੱਕਿਆ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲੇ ਨੂੰ, ਪਰ ਹੁਣ ਕਰੋਨਾ ਕਾਲ ਤੋਂ ਬਾਅਦ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਬੰਦ ਹੈ। ਇਸ ਨੂੰ ਲੈ ਕੇ ਵੀ ਲਗਾਤਾਰ ਬਿਆਨਬਾਜ਼ੀਆਂ ਨੇ, ਇਸ ਤੇ ਚਰਚਾ ਕਰਾਂਗੇ। ਉਸ ਤੋਂ ਬਾਅਦ ਭਾਜਪਾ ਦੇ ਵੱਡੇ ਆਗੂ ਦਾ ਵੱਡਾ ਬਿਆਨ ਹੈ ਜਿਸ ਨੂੰ ਲੈ ਕੇ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨੀ ਮਸਲਿਆਂ ਦਾ ਵੀ ਹੱਲ ਹੋ ਸਕਦਾ ਹੈ। ਸੋ ਇਸ ਵੱਡੇ ਸਵਾਲਾਂ ਦੇ ਉੱਤੇ ਚਰਚਾ ਕਰਾਂਗੇ ਤੇ ਆਮ ਆਦਮੀ ਪਾਰਟੀ ਦੀ ਬੀਤੇ ਦਿਨੀ ਸਹਿ ਪ੍ਰਧਾਨ ਲਾਈ ਗਈ ਅਨਮੋਲ ਗਗਨ ਮਾਨ ਦੇ ਵੀ ਤਿੱਖੇ ਬਿਆਨ ਨੇ, ਉੱਤੇ ਵੀ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਡੱਲਾ ਸਾਹਿਬ ਦਾ ਸਵਾਗਤ ਕਰਦੇ ਹਾਂ ਤੇ ਫਿਰ ਚਰਚਾ ਦੇ ਵੱਲ ਵਧਦੇ ਹਾਂ। ਬਹੁਤ ਧੰਨਵਾਦ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਡੱਲਾ ਜੀ, 1 ਸਾਲ ਦਾ ਸਮਾਂ ਹੋ ਚੁੱਕਿਆ ਹੈ ਕਰਤਾਰਪੁਰ ਸਾਹਿਬ ਕੋਰੀਡੋਰ ਬਣੇ ਨੂੰ, ਤੇ ਹੁਣ ਦੁਬਾਰਾ ਉਮੀਦ ਹੈ ਕਿ ਖੋਲਿਆ ਜਾਣਾ ਚਾਹੀਦਾ ਕਰਤਾਰਪੁਰ ਸਾਹਿਬ ਦਾ ਕੋਰੀਡੋਰ। ਦੇਖੋ, ਦਰਖਾਸਤਾਂ ਫੇਰ ਹੋ ਰਹੀਆਂ ਨੇ, ਅਰਦਾਸਾਂ ਫੇਰ ਹੋ ਰਹੀਆਂ ਨੇ। 1 ਸਾਲ ਪਹਿਲਾਂ 9 ਨਵੰਬਰ ਦੇ ਦਿਨ ਹੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਸੀ। ਬੜਾ ਪਵਿੱਤਰ ਦਿਨ ਸੀ ਔਰ ਨਵਜੋਤ ਸਿੰਘ ਸਿੱਧੂ ਅਚਾਨਕ ਚੇਤੇ ਆ ਜਾਂਦਾ ਹਰੇਕ ਦੇ ਜ਼ਿਹਨ 'ਚ ਜਦੋਂ ਕਰਤਾਰਪੁਰ ਸਾਹਿਬ ਦੀ ਗੱਲ ਆਉਂਦੀ ਹੈ, ਕਿਉਂਕਿ ਮੈਂ ਹਮੇਸ਼ਾ ਕਹਿੰਦਾ ਕਿ ਉਹ ਡਾਕੀਆ ਬਣ ਕੇ ਸੁਨੇਹਾ ਲੈ ਕੇ ਆਇਆ ਸੀ। ਜਿਹੜੀ ਜੱਫੀ ਪਈ ਸੀ, ਉਸ ਜੱਫੀ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਵੀ ਬਹੁਤ ਕੁਝ ਬੋਲਿਆ ਸਾਡੀਆਂ ਸਿਆਸੀ ਧਿਰਾਂ ਨੇ, ਅਤੇ ਨਵਜੋਤ ਸਿੰਘ ਸਿੱਧੂ ਦੀ ਦੋਸਤੀ ਸੀ ਜਿਹੜੀ ਇਮਰਾਨ ਨਾਲ, ਉਹਦੇ ਸਦਕਾ ਮੈਨੂੰ ਲੱਗਦਾ ਬੜੀ ਤੇਜ਼ੀ ਦੇ ਨਾਲ ਇਹ ਲਾਂਘਾ ਖੁੱਲ੍ਹ ਗਿਆ। ਔਰ ਨਵਜੋਤ ਸਿੰਘ ਸਿੱਧੂ ਆਪ ਵੀ ਉਸ ਮੌਕੇ ਗਿਆ, ਪੰਜਾਬ ਦੇ ਮੁੱਖ ਮੰਤਰੀ ਵੀ ਗਏ, ਸਾਡੇ ਪ੍ਰਧਾਨ ਮੰਤਰੀ ਭਾਰਤ ਵਾਲੇ ਪਾਸਿਓਂ ਕੋਰੀਡੋਰ ਦੀ ਸ਼ੁਰੂਆਤ ਕਰਾਉਣ ਲਈ ਗਏ। ਔਰ ਹੁਣ ਵੀ ਜਿਹੜੀਆਂ ਮੰਗਾਂ ਨੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਹੋ ਰਹੀਆਂ ਨੇ, ਕਿਉਂਕਿ ਭਾਰਤ ਵਾਲੇ ਪਾਸੇ ਜਦੋਂ ਲੋਕਡਾਊਨ ਲੱਗਿਆ 15 ਮਾਰਚ ਨੂੰ, ਲੋਕਡਾਊਨ ਤੋਂ ਬਾਅਦ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਉਹ ਫਿਰ ਉਹਨੂੰ ਟੈਂਪਰੇਰੀ ਤੌਰ 'ਤੇ ਆਰਜੀ ਤੌਰ 'ਤੇ ਉਹਨੂੰ ਰੋਕਣਾ ਪਿਆ। ਪਰ ਮੈਂ ਇਸ ਗੱਲ ਤੋਂ ਬੜਾ ਹੈਰਾਨ ਹਾਂ ਕਿ ਮੁਲਕ 'ਚ ਸਾਰਾ ਕੁਝ ਖੁੱਲ੍ਹ ਗਿਆ। ਲੋਕਡਾਊਨ 1, ਲੋਕਡਾਊਨ 2, 3, 4, ਸਾਡੇ ਮੁਲਕ ਦੇ ਬਹੁਤ ਸਾਰੇ ਧਾਰਮਿਕ ਥਾਵਾਂ, ਬਹੁਤ ਸਾਰੇ ਮੰਦਿਰ ਹੈ ਉਹ ਖੁੱਲ੍ਹ ਗਏ। ਹੁਣ ਕਰਤਾਰਪੁਰ ਸਾਹਿਬ ਦਾ ਲਾਂਘਾ ਕਿਉਂ ਨਹੀਂ ਖੁੱਲ੍ਹ ਰਿਹਾ? ਬਿਲਕੁਲ ਖੁੱਲ੍ਹਣਾ ਚਾਹੀਦਾ ਕਰਤਾਰਪੁਰ ਸਾਹਿਬ ਦਾ ਲਾਂਘਾ। ਔਰ ਮੈਂ ਇਸ ਗੱਲ ਤੋਂ ਵੀ ਹੈਰਾਨ ਹਾਂ, ਸਾਡੀਆਂ ਪੋਲੀਟੀਕਲ ਪਾਰਟੀਆਂ ਕ੍ਰੈਡਿਟ ਲੈਣ ਲਈ ਬਹੁਤ ਕਾਹਲੀਆਂ ਸੀ। ਉਦੋਂ ਅਕਾਲੀ ਦਲ ਵੀ ਕਹਿੰਦਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇ ਯਤਨਾਂ ਕਰਕੇ ਲਾਂਘਾ ਖੁੱਲ੍ਹ ਗਿਆ। ਉਦੋਂ ਅਕਾਲੀ ਦਲ ਵਾਲੇ ਕਹਿੰਦੇ ਸੀ, ਬਾਦਲ ਸਾਹਿਬ ਕਹਿੰਦੇ ਸੀ, ਸਾਰੇ ਵੀ ਅਸੀਂ ਵੀ ਬੜਾ ਜ਼ੋਰ ਲਾਇਆ ਜੀ। ਹੁਣ ਪ੍ਰਧਾਨ ਮੰਤਰੀ ਸਾਹਿਬ ਤੋਂ ਮੰਗ ਕਿਉਂ ਨਹੀਂ ਹੋ ਰਹੀ? ਹੁਣ ਸੁਖਬੀਰ ਬਾਦਲ ਵੀ ਪ੍ਰਧਾਨ ਮੰਤਰੀ ਸਾਹਿਬ ਤੋਂ ਮੰਗ ਕਰਨ, ਮਿਲ ਕੇ ਆਉਣ। ਮਨਜਿੰਦਰ ਸਿਰਸਾ ਹੈ ਦਿੱਲੀ 'ਚ, ਜੀਕੇ ਨੇ, ਇਹ ਐਸਜੀਪੀਸੀ ਦੀਆਂ ਚੋਣਾਂ ਲਈ ਜਾਗੋ ਵਾਲੇ ਜੀਕੇ ਸਾਹਿਬ ਮਿਲਿਆ ਹੈ ਗ੍ਰਹਿ ਮੰਤਰੀ ਨੂੰ ਜੀ। ਮੰਗ ਪੱਤਰ ਵਾਰ-ਵਾਰ ਦੇ ਕੇ ਆਉਣ, ਅਮਿਤ ਸ਼ਾਹ ਜੀ ਨੂੰ ਵੀ, ਪ੍ਰਧਾਨ ਮੰਤਰੀ ਨੂੰ ਵੀ ਦੇ ਕੇ ਆਉਣ। ਆਹ ਢੀਂਡਸਾ ਸਾਹਿਬ ਹੋ ਗਏ ਆ, ਪੰਜਾਬ 'ਚ ਸ਼੍ਰੋਮਣੀ ਕਮੇਟੀਆਂ ਲੜਨ ਵਾਲੀਆਂ ਸਾਰੀਆਂ ਧਿਰਾਂ ਨੇ, ਇਹ ਵੀ ਸਾਰੇ ਮੰਗ ਪੱਤਰ ਦੇਣ ਜਾ ਕੇ ਜੀ। ਸਿਨੇਮੇ ਖੁੱਲ੍ਹ ਗਏ ਹੁਣ ਤਾਂ ਮੁਲਕ 'ਚ, ਜਿੱਥੇ ਤੁਸੀਂ ਫਿਲਮਾਂ ਦੇਖੋ ਬਹਿ ਕੇ, ਇੱਕ ਦਾ ਕਹਿੰਦੇ 2 ਦਾ ਫਾਸਲਾ ਰੱਖਣਾ, ਗਾਈਡਲਾਈਨਸ ਮੰਨਣੀਆਂ ਨੇ ਜੀ। ਜਦ ਸਿਨੇਮੇ ਖੁੱਲ੍ਹ ਸਕਦੇ ਨੇ, ਆ 16 ਨਵੰਬਰ ਤੋਂ ਕਾਲਜ ਕਹਿੰਦੇ ਖੋਲ੍ਹ ਲਓ ਮੁਲਕ 'ਚ, ਸਾਰਾ ਕੁਝ ਖੁੱਲ੍ਹ ਗਿਆ। ਰੇਲ ਗੱਡੀਆਂ, ਬੱਸਾਂ ਫੁੱਲ ਕਪੈਸਿਟੀ 'ਤੇ ਚਲੀ ਜਾਂਦੀਆਂ ਨੇ, ਹੈ ਜੀ। ਬੱਸ ਦੀ ਡਰਾਈਵਰ ਵਾਲੀ ਸੀਟ ਤੋਂ ਮਗਰ 3 ਵਾਲੀਆਂ ਸੀਟਾਂ ਸ਼ੁਰੂ ਹੋ ਜਾਂਦੀਆਂ ਜੀ। ਉਹ 3 ਲੋਕ ਬਹਿ ਸਕਦੇ ਹੋ। ਖੱਬੇ ਹੱਥ 2 ਵਾਲੀਆਂ ਹੁੰਦੀਆਂ ਬੱਸ ਵਾਲੇ ਸਰਕਾਰੀ ਬੱਸਾਂ 'ਚ, ਉੱਥੇ 2 ਵਾਲੀਆਂ ਵੋਲਵੋ ਬੱਸਾਂ ਨੇ ਜਿਹੜੀਆਂ, ਜਾਂ ਡੀਲੈਕਸ ਬੱਸਾਂ ਨੇ, ਇੱਕ ਸੀਟ ਪੋਲੀ ਲੱਗੀ ਹੁੰਦੀ, ਉੱਥੇ ਨਾਲ ਬੈਠੋ। ਬਿਲਕੁਲ। ਕਰਤਾਰਪੁਰ ਸਾਹਿਬ ਲਾਂਘਾ ਕਿੰਨੀਆਂ ਅਰਦਾਸਾਂ, ਕਿੰਨੀਆਂ ਦੁਆਵਾਂ ਤੋਂ ਬਾਅਦ ਖੁੱਲਿਆ। ਸੋ ਹੁਣ ਜ਼ਰੂਰ ਖੁੱਲ੍ਹਣਾ ਚਾਹੀਦਾ। ਜਦੋਂ ਤੋਂ ਬੰਦ ਹੋਇਆ ਸੀ ਨਾ ਜੀ, ਉਸ ਤੋਂ ਪਹਿਲਾਂ ਹੀ ਲਗਭਗ 70,000 ਦੇ ਕਰੀਬ ਸਾਡੇ ਸ਼ਰਧਾਲੂ ਉੱਥੇ ਦਰਸ਼ਨ ਕਰਕੇ ਆਏ ਸੀ। ਹਾਲਾਂਕਿ ਇਹ ਸ਼ਰਧਾਲੂ ਹੋਰ ਵੱਧ ਸਕਦੇ ਸੀ। ਪਾਸਪੋਰਟ ਦੀਆਂ ਔਰ ਜਾਂਚ ਪੜਤਾਲ ਦੇ ਸਮੇਂ ਦੇ ਵਿੱਚ ਬਹੁਤ ਸਮਾਂ ਲੱਗਦਾ ਸੀ, ਆਨਲਾਈਨ ਅਪਲਾਈ ਕਰਨਾ ਪੈਂਦਾ ਸੀ। ਤੁਹਾਨੂੰ ਪਤਾ ਹੀ ਹੈ ਸਾਡੀਆਂ ਸਰਕਾਰੀ ਵੈਬਸਾਈਟਾਂ ਦਾ ਹਾਲ। ਬਿਲਕੁਲ। ਕਈ ਵਾਰੀ ਤਾਂ ਉਹ ਡਮਰੂ ਜਿਹਾ ਘੁੰਮਦਾ ਰਹਿੰਦਾ ਜਦੋਂ ਅਪਲਾਈ ਕਰਨ ਲਈ ਜੀ, ਤੇ ਉਹ ਵੈਬਸਾਈਟ ਹੀ ਨਹੀਂ ਖੁੱਲ੍ਹਦੀ, ਪੇਜ ਹੀ ਨਹੀਂ ਖੁੱਲ੍ਹਦੇ। ਸੋ ਇਹ ਵੀ ਬੜੀਆਂ ਦਿੱਕਤਾਂ ਰਹੀਆਂ ਲੋਕਾਂ ਨੂੰ। ਪਰ ਹੁਣ ਜ਼ਰੂਰ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਲੀਡਰ ਤਰੁਣ ਚੁੱਘ ਹੋ ਗਏ, ਅਸ਼ਵਨੀ ਸ਼ਰਮਾ ਨਵੇਂ ਪ੍ਰਧਾਨ ਹੋ ਗਏ। ਇਹਦੇ 'ਚ ਤਾਂ ਕੋਈ ਸਿਆਸਤ ਨਹੀਂ ਨਾ। ਅਸ਼ਵਨੀ ਸ਼ਰਮਾ, ਤਰੁਣ ਚੁੱਘ, ਸ਼ਵੇਤ ਮਲਿਕ, ਮਨੋਰੰਜਨ ਕਾਲੀਆ, ਇਹਨਾਂ ਸਾਰਿਆਂ ਨੂੰ ਜਾਣਾ ਚਾਹੀਦਾ ਮੋਦੀ ਸਾਹਿਬ ਕੋਲੇ ਵੀ ਮੋਦੀ ਸਾਹਿਬ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹੋ, ਕਿਉਂਕਿ ਸਾਰਾ ਕੁਝ ਇੰਡੀਆ 'ਚ ਖੁੱਲ੍ਹ ਰਿਹਾ ਇੱਕ ਕਰਕੇ। ਸੋ ਹੁਣ ਲਾਂਘਾ ਖੁੱਲ੍ਹਣ ਦੀ ਜ਼ਰੂਰਤ ਹੈ। ਸੋ ਪੰਜਾਬ ਦੇ ਬੀਜੇਪੀ ਦੇ ਲੀਡਰਾਂ ਤੋਂ ਮੰਗ ਹੋਣੀ ਚਾਹੀਦੀ ਹੈ। ਤਾਰਾ ਲਾਹੌਰ ਚਲਿਆ ਗਿਆ ਸੀ ਜੀ, ਹੈ ਜੀ, ਫਿਲਮ 'ਚ ਤਾਰਾ ਲਾਹੌਰ ਚਲਿਆ ਗਿਆ ਸੀ। ਹੁਣ ਸਨੀ ਦਿਓਲ ਨੂੰ ਮੰਗ ਕਰਨੀ ਚਾਹੀਦੀ ਹੈ ਮੋਦੀ ਸਾਹਿਬ ਤੋਂ। ਸਨੀ ਦਿਓਲ ਵੀ ਗਿਆ ਸੀ ਉੱਥੇ ਜੀ, ਹੈ ਜੀ। ਸਿੱਧੂ ਤਾਂ ਚਲੋ ਉੱਥੇ, ਸਿੱਧੂ ਤਾਂ ਮਤਲਬ ਬਾਬੇ ਦੀ ਫੁੱਲ ਕਿਰਪਾ ਦੇ ਨਾਲ ਗਿਆ ਸੀ, ਸੁਨੇਹਾ ਵੀ ਸਿੱਧੂ ਲੈ ਕੇ ਆਇਆ ਸੀ। ਸਿੱਧੂ ਨੂੰ ਤਾਂ ਗਦਾਰ ਕਹਿਣ ਲੱਗ ਗਏ ਸੀ ਕਈ। ਬਿਲਕੁਲ, ਹੈ ਜੀ। ਸਿੱਧੂ ਗਦਾਰੀ ਕਰ ਗਿਆ ਕਹਿੰਦੇ ਜੱਫੀ ਪਾ ਕੇ ਉੱਥੇ।
ਸਿੱਧੂ ਕਹਿੰਦਾ ਜਦੋਂ ਜੱਫੀ ਪਾਈ ਮੇਰੇ ਕੰਨ 'ਚ ਇਹ ਸੁਨੇਹਾ ਦਿੱਤਾ ਸੀ, ਉਹੀ ਕਹਿੰਦਾ ਸਿੱਧੂ ਮੈਂ ਆ ਕੇ ਦੱਸਤਾ। ਹੁਣ ਭਾਜਪਾ ਦੇ ਲੀਡਰਾਂ ਨੂੰ, ਬੀਬੀ ਹਰਸਿਮਰਤ ਕੌਰ ਬਾਦਲ ਨੂੰ, ਇਹਨਾਂ ਸਾਰਿਆਂ ਨੂੰ ਡੈਪੂਟੇਸ਼ਨ ਦੇ ਰੂਪ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣਾ ਚਾਹੀਦਾ ਹੈ। ਨਰਿੰਦਰ ਮੋਦੀ ਉਹਨਾਂ ਨੇ ਅਗਰ ਯਤਨ ਕਰਤੇ ਤੇ ਇਹ ਲਾਂਘਾ ਖੁੱਲ ਗਿਆ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਆ ਰਿਹਾ 30 ਨਵੰਬਰ ਨੂੰ। ਜੀ ਸੋ ਕੁਝ ਦਿਨ ਪਹਿਲਾਂ ਤੋਂ ਹੀ ਸਮਾਗਮ ਸ਼ੁਰੂ ਹੋ ਜਾਂਦੇ ਨੇ ਗੁਰਪੁਰਬ ਦੇ। ਸੋ ਇਹ ਗੁਰਪੁਰਬ ਸਾਡੇ ਲਈ ਬਹੁਤ ਹੀ ਖਾਸ ਦਿਨ ਜਿਹੜਾ ਹੁੰਦਾ ਹੈ। ਸੋ ਇਸ ਕਰਕੇ ਅਗਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਇਸ ਲਾਂਘੇ ਨੂੰ ਸ਼ੁਰੂ ਕਰਾ ਦੇਣ ਤੇ ਮੈਨੂੰ ਲੱਗਦਾ ਕਿ ਇਹ ਪ੍ਰਧਾਨ ਮੰਤਰੀ ਜਾਂ ਵਿਦੇਸ਼ ਮੰਤਰੀ ਜਾਂ ਜਿਹੜੇ ਗ੍ਰਹਿ ਮੰਤਰੀ ਨੇ ਜ਼ਰੂਰ ਉਹਨਾਂ ਦੇ ਧਿਆਨ 'ਚ ਮਸਲਾ ਹੋਊਗਾ ਤੇ ਇਹ ਫਿਰ ਇੱਕ ਬੜਾ ਵਧੀਆ ਗੁਰਪੁਰਬ ਦੇ ਮੌਕੇ ਤੇ ਗੱਲ ਹੋ ਸਕਦੀ ਹੈ। ਜੀ ਬਿਲਕੁਲ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਤੋਂ ਵੀ ਉਮੀਦ ਹੈ ਕਿ ਸਰਕਾਰ ਅਜਿਹਾ ਸੁੱਖ ਦਾ ਤੇ ਖੁਸ਼ੀਆਂ ਭਰਿਆ ਸੁਨੇਹਾ ਸਾਰਿਆਂ ਨੂੰ ਦੇਵੇ। ਤੇ ਨਾਲ ਹੀ ਡੱਲਾ ਸਾਹਿਬ ਭਾਜਪਾ ਦੇ ਵੱਡੇ ਆਗੂ ਨੇ, ਬੀਤੇ ਦਿਨ ਵੀ ਉਹਨਾਂ ਦਾ ਬਿਆਨ ਚਰਚਾ ਦੇ ਵਿੱਚ ਰਿਹਾ ਹੈ ਤੇ ਅੱਜ ਵੀ ਉਹਨਾਂ ਦਾ ਬਿਆਨ ਆਇਆ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਕਿਸਾਨ ਦੱਸਣ ਕਿ ਕਦੋਂ ਮਿਲਣਾ ਹੈ, ਉਸੇ ਟਾਈਮ ਕੇਂਦਰ ਸਰਕਾਰ ਦੇ ਵੱਲੋਂ ਹੰਗਾਮੀ ਮੀਟਿੰਗ ਸੱਦ ਕੇ ਤਿੰਨ ਕੇਂਦਰੀ ਮੰਤਰੀ ਉਹਨਾਂ ਨਾਲ ਬੈਠਕ ਕਰਨਗੇ। ਦੇਖੋ ਮੈਂ ਉਹੀ ਗੱਲ ਕਹਿ ਰਿਹਾ, ਇਹ ਸੁਰਜੀਤ ਜਿਆਣੀ ਹੁਣੀ ਕੱਲ ਵੀ ਆਪਾਂ ਇਹ ਗੱਲ ਪੜ੍ਹੀ ਸੀ। ਇਹ ਸੁਰਜੀਤ ਜਿਆਣੀ ਉਹਨਾਂ ਨੇ ਜਿਹੜੀ ਕੋਸ਼ਿਸ਼ ਕੀਤੀ ਹੈ ਇਹ ਠੀਕ ਹੈ। ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਵੀ ਇਸ ਗੱਲ ਨੂੰ ਮਹਿਸੂਸ ਕਰਦੀ ਹੈ ਕਿ ਰੇਲਾਂ ਕਦ ਤੱਕ ਰੋਕ ਕੇ ਰੱਖਾਂਗੇ। ਜੀ ਹੁਣ ਉਹਨਾਂ ਨੇ ਕਹਿਤਾ ਵੀ ਅਸੀਂ ਮਾਲ ਗੱਡੀਆਂ ਤਾਂ ਚਲਾਵਾਂਗੇ ਜੇ ਤੁਸੀਂ ਪੈਸੇਂਜਰ ਟ੍ਰੇਨਾਂ ਚਲਾਉਣ ਦੀ ਇਜਾਜ਼ਤ ਦਿਓਗੇ। ਕੇਂਦਰ ਸਰਕਾਰ ਵੀ ਜਾਣਦੀ ਹੈ ਕਿ ਕਦ ਤੱਕ। ਪਰ ਅੱਜ ਵਾਰਾਣਸੀ ਦੇ ਵਿੱਚ, ਲਖਨਊ 'ਚ ਕੁਝ ਉਦਘਾਟਨ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਫਿਰ ਦੱਬ ਕੇ ਸਟੈਂਡ ਲਿਆ ਖੇਤੀ ਕਾਨੂੰਨਾਂ ਦੇ ਹੱਕਾਂ 'ਚ। ਜੀ ਉਹ ਕਹਿੰਦੇ ਵਿਚੋਲਗੀ ਵਾਲੇ ਲੋਕ ਖਤਮ ਕਰਨੇ ਆ, ਕਿਸਾਨ ਸਿੱਧੇ ਮੰਡੀਆਂ ਨਾਲ ਜੁੜਨਗੇ। ਕਿਸਾਨ ਮੰਡੀਆਂ ਨਾਲ ਜੁੜ ਤਾਂ ਜਾਣਗੇ ਮੋਦੀ ਸਾਹਿਬ ਜੀ, ਪਰ ਮੰਡੀਆਂ 'ਚ ਵਪਾਰੀ ਤਾਂ ਲੁੱਟ ਕਰ ਰਿਹਾ, ਸਾਰੇ ਨਹੀਂ, ਕੁਝ ਜੀ ਕੁਝ ਮੰਡੀਆਂ 'ਚ ਆ ਕੇ ਲੁੱਟ ਕਰ ਰਿਹਾ, ਕੁਝ ਖੇਤਾਂ 'ਚ ਆ ਕੇ ਲੁੱਟ ਕਰੂ। ਇਹੀ ਤਾਂ ਖਤਰਾ ਹੈ ਕਿਸਾਨਾਂ ਨੂੰ। ਬਿਲਕੁਲ। ਸਰਕਾਰ ਫਸਲ ਦਾ ਮੁੱਲ ਤੈਅ ਕਰਦੇ, ਕੌਣ ਲੁੱਟ ਕਰ ਲੂ? ਬਿਲਕੁਲ। ਜਦੋਂ ਸਰਕਾਰ ਨੇ ਤੈਅ ਕਰਤਾ, ਪੰਜਾਬ ਵਾਲਾ ਸਰਕਾਰ ਹੀ ਅਗਰ ਮੋਦੀ ਸਾਹਿਬ ਰਾਸ਼ਟਰਪਤੀ ਨੂੰ ਬੇਨਤੀ ਕਰਕੇ ਪ੍ਰਵਾਨ ਕਰਾ ਲੈਣ, ਅਗਰ ਕੋਈ MSP ਤੋਂ ਘੱਟ ਖਰੀਦੂਗਾ 3 ਸਾਲ ਦੀ ਸਜ਼ਾ ਹੈ ਜੀ। ਮੋਦੀ ਸਾਹਿਬ ਦੇ ਕਾਨੂੰਨ 'ਚ ਕਿਉਂ ਨਹੀਂ ਸਜ਼ਾ ਹੈ ਜੀ? ਬਿਲਕੁਲ। ਮੋਦੀ ਸਾਹਿਬ ਦੇ ਕਾਨੂੰਨ 'ਚ ਵੀ ਸਜ਼ਾ ਹੋਣੀ ਚਾਹੀਦੀ ਹੈ ਨਾ। ਅਗਰ ਕੋਈ MSP ਤੋਂ ਘੱਟ ਖਰੀਦੂਗਾ ਤੇ 3 ਸਾਲ ਦੀ ਸਜ਼ਾ ਤੁਸੀਂ ਵੀ ਲਾ ਦਿਓ ਕੇਂਦਰੀ ਕਾਨੂੰਨ 'ਚ, ਕਿਸਾਨ ਖੁਸ਼ ਹੋ ਜਾਣਗੇ। ਸੋ ਮੋਦੀ ਸਾਹਿਬ ਦੇ ਕਾਨੂੰਨ 'ਚ ਵੀ ਕਈ ਕਮੀਆਂ ਨੇ। ਹੁਣ ਮੋਦੀ ਸਾਹਿਬ ਨੇ ਕਿਹੜਾ ਕਾਨੂੰਨ ਆਪ ਬਣਾਇਆ ਜੀ? ਬਣਾਇਆ ਤਾਂ ਅਫਸਰਾਂ ਨੇ ਨਾ। ਹੁਣ ਸਾਰੇ ਅਫਸਰਾਂ ਨੇ ਤਾਂ ਗੋਡੀ ਕੀਤੀ ਨਹੀਂ ਹੋਣੀ, ਖੇਤੀ ਕੀਤੀ ਨਹੀਂ ਹੋਣੀ। ਬਿਲਕੁਲ ਹੈ ਜੀ। ਸੋ ਇਸ ਕਰਕੇ ਪੰਜਾਬ ਦੇ ਕਿਸਾਨਾਂ ਦੀ ਗੱਲ ਜ਼ਰੂਰ ਸੁਣਨੀ ਚਾਹੀਦੀ ਹੈ। ਔਰ ਮੰਤਰੀ ਸੁਣਨਗੇ ਗੱਲ, ਔਰ ਮੰਤਰੀਆਂ ਨੂੰ ਸੁਣਨੀ ਵੀ ਪੈਣੀ ਹੈ। ਹੁਣ ਨਹੀਂ ਸੁਣਨਗੇ ਗਗਨ ਜੀ, 15 ਦਿਨਾਂ ਬਾਅਦ, 1 ਮਹੀਨੇ ਬਾਅਦ ਸੁਣ ਪੈਣਗੇ। ਬਿਲਕੁਲ। ਕਿਉਂਕਿ ਕਿਸਾਨ ਉਹ ਕਹਿੰਦੇ ਅਸੀਂ ਸ਼ਾਂਤੀਪੂਰਵਕ ਧਰਨਾ ਕਰਨਾ, ਅੰਦੋਲਨ ਕਰਨਾ। ਅਗਰ ਕਣਕ, ਜੇ ਮਾਲ ਗੱਡੀਆਂ ਨਹੀਂ ਚੱਲਣਗੀਆਂ, ਝੋਨਾ ਦੇਸ਼ ਦੇ ਦੂਜੇ ਹਿੱਸਿਆਂ 'ਚ ਨਹੀਂ ਜਾਣਾ, ਗੋਦਾਮਾਂ 'ਚ ਨਹੀਂ ਜਾਣਾ, ਕਿੰਨੀ ਦੇਰ ਅਸੀਂ ਮੀਂਹ ਨੂੰ ਰੋਕਾਂਗੇ ਜੀ? ਰੱਬ ਦੇ ਹੱਥ ਹੀ ਹੈ ਨਾ ਮੀਂਹ ਵੀ। ਬਿਲਕੁਲ। ਜਿੱਦਣ ਮੀਂਹ ਪੈ ਗਿਆ, ਖੁੱਲੀਆਂ ਮੰਡੀਆਂ 'ਚ ਝੋਨਾ ਪਿਆ, ਗਿੱਲਾ ਹੋ ਜਾਣਾ ਝੋਨਾ, ਉਹ ਵੀ ਮੁਲਕ ਦਾ ਹੀ ਨੁਕਸਾਨ ਹੈ ਜੀ। ਸੋ ਇਸ ਕਰਕੇ ਜੇ ਕਣਕ ਬੀਜਣੀ ਲੇਟ ਹੋ ਗਈ, ਕੀ ਪਤਾ ਕੀ ਹੋ ਜਾਣਾ ਹੈ ਕਣਕ ਦੇ ਇਸ ਸੀਜ਼ਨ ਤੋਂ ਬਾਅਦ। ਮੁਲਕ ਦੇ ਕਿਹੜੇ ਹਿੱਸੇ 'ਚ ਲੋੜ ਪੈ ਜੇ ਕਣਕ ਦੀ ਜੀ। ਕਿੰਨਾ ਕੁਪੋਸ਼ਣ ਹੈ ਸਾਡੇ ਮੁਲਕ 'ਚ। ਸਾਡੇ ਮੁਲਕ 'ਚ ਬਹੁਤ ਸਾਰੇ ਲੋਕ ਕੁਪੋਸ਼ਣ ਕਰਕੇ ਦੁਨੀਆ ਤੋਂ ਚਲੇ ਜਾਂਦੇ ਨੇ। ਬੱਚੇ ਛੋਟੇ ਛੋਟੇ ਪੂਰੇ ਹੋ ਜਾਂਦੇ ਨੇ ਭੋਜਨ ਦੀ ਕਮੀ ਕਰਕੇ, ਅਨਾਜ ਕਰਕੇ। ਔਰ ਕਣਕ ਨਾਲੋਂ ਵਧੀਆ ਉਪਲਬਧਤਾ ਜਿੰਨੀ ਪੰਜਾਬ ਕਰਾ ਦਿੰਦਾ, ਕਿੱਥੋਂ ਹੋਣੀ ਹੈ? 34-35 ਲੱਖ ਹੈਕਟੇਅਰ 'ਚ ਅਸੀਂ ਬੀਜਦੇ ਹਾਂ ਕੱਲੀ ਕਣਕ। ਸੋ ਇਸ ਕਰਕੇ ਜਿਹੜੇ ਹੁਣ ਮੰਤਰੀ ਮਿਲ ਰਹੇ ਨੇ, ਇਹ ਕਿਸਾਨਾਂ ਦੇ ਨਾਲ ਜਲਦ ਤੋਂ ਜਲਦ ਮੀਟਿੰਗ ਕਰਨ। ਔਰ ਮੰਤਰੀਆਂ ਨਾਲ ਮੀਟਿੰਗ ਦੇ ਨਾਲ ਵੀ ਫੈਸਲਾ ਨਹੀਂ ਹੋਣਾ ਜੀ। ਕੀ ਇਹ ਤਿੰਨੇ ਮੰਤਰੀ ਨਰਿੰਦਰ ਮੋਦੀ ਸਾਹਿਬ ਨੂੰ ਸਮਝਾ ਸਕਣਗੇ? ਜੇ ਸਮਝਾ ਸਕਣਗੇ ਤਾਂ ਬੜੀ ਚੰਗੀ ਗੱਲ ਹੈ। ਕਿਉਂਕਿ ਗੱਲ ਜਿਹੜੀ ਖੜਨੀ ਹੈ ਨਾ ਜੀ, ਉਹ ਮੋਦੀ ਸਾਹਿਬ ਕੋਲੇ ਜਾ ਕੇ ਖੜਨੀ ਹੈ। ਜੇ ਕਿਸਾਨ ਮੰਤਰੀਆਂ ਨੂੰ ਸਮਝਾਉਣ 'ਚ ਕਾਮਯਾਬ ਹੋ ਗਏ, ਪਹਿਲਾਂ ਤਾਂ ਮੰਤਰੀ ਸਮਝਣ ਨੂੰ ਤਿਆਰ ਹੋਣ। ਕਿਉਂਕਿ ਮੰਤਰੀ ਸਾਹਿਬ ਤਾਂ, ਬਹੁਤੇ ਮੰਤਰੀ ਤਾਂ ਇਹ ਕਹਿੰਦੇ ਨਾ ਵੀ ਅਗਰ ਮੋਦੀ ਸਾਹਿਬ ਨੇ ਫੈਸਲਾ ਕਰਤਾ ਤੇ ਠੀਕ ਹੈ ਜੀ। ਮੰਤਰੀ ਕਿਸਾਨਾਂ ਦੀ ਗੱਲ ਸੁਣਨ ਤੇ ਸਮਝਣ। ਜੇ ਮੰਤਰੀ ਸਮਝ ਗਏ ਵੀ ਹਾਂ ਪੰਜਾਬ ਦੇ ਕਿਸਾਨਾਂ ਦੀ ਗੱਲ ਜਾਇਜ਼ ਹੈ, ਫਿਰ ਕੀ ਮੰਤਰੀ ਮੋਦੀ ਸਾਹਿਬ ਨੂੰ ਸਮਝਾ ਸਕਣਗੇ? ਰਾਜਨਾਥ ਸਿੰਘ, ਤੋਮਰ ਕ੍ਰਿਸ਼ੀ ਮੰਤਰੀ, ਇਹ ਸਮਝਾ ਸਕਣਗੇ ਨਰਿੰਦਰ ਮੋਦੀ ਸਾਹਿਬ ਨੂੰ? ਸੋ ਗੱਲ ਉੱਥੇ ਆ ਕੇ ਅੜਦੀ ਹੈ। ਸੋ ਕਿਸਾਨ ਜਿੱਦਾਂ ਹੀ ਕੇਂਦਰ ਸਰਕਾਰ ਵੱਲੋਂ, ਜਿਵੇਂ ਸੁਰਜੀਤ ਜਿਆਣੀ ਹੁਣੀ ਕਹਿੰਦੇ ਨੇ ਵੀ ਤਿਆਰ ਨੇ, ਤੇ ਫਿਰ ਸੱਦਾ ਭੇਜੋ। ਦੀਵਾਲੀ ਦਾ ਵੀ ਕਾਹਤੋਂ ਇੰਤਜ਼ਾਰ ਕਰਨਾ ਜਿਆਣੀ ਸਾਹਿਬ ਜੀ? ਹੈ ਜੀ। ਅੱਜ ਮੰਗਲਵਾਰ ਹੈ, ਬੁੱਧ ਕੰਮ ਸ਼ੁੱਧ, ਅੱਜ ਹੀ ਚਿੱਠੀ ਭੇਜੋ
ਅੱਜ ਕੱਲ ਤਾਂ WhatsApp ਤੇ ਚਿੱਠੀ ਆ ਜਾਂਦੀ ਜਿਵੇਂ ਪਹਿਲੀਆਂ ਚਿੱਠੀਆਂ ਆਈਆਂ ਸੀ। ਹੈਂ ਜੀ? ਚਿੱਠੀ ਨੂੰ ਕਿਹੜਾ ਆਪਾਂ ਦਿਨ ਕਢਾਉਣਾ ਕੋਈ। ਸੋ WhatsApp ਤੇ ਚਿੱਠੀਆਂ ਭੇਜੋ, ਬੁੱਧਵਾਰ ਨੂੰ ਕੱਲ ਦੀ ਮੀਟਿੰਗ ਰੱਖ ਲਓ, ਬਿਲਕੁਲ, ਤਾਂ ਕਿ ਦੀਵਾਲੀ ਖੁਸ਼ੀਆਂ ਖੇੜਿਆਂ ਨਾਲ ਕਿਸਾਨ ਵੀ ਮਨਾਵੇ। ਨਹੀਂ ਤਾਂ ਦੀਵਾਲੀ ਕਾਲੀ ਹੈ, ਪੰਜਾਬ ਦੀ ਵੀ ਕਿਸਾਨ ਦੀ ਵੀ। ਹੈ ਜੀ? ਬਿਲਕੁਲ। ਸੋ ਬਿਲਕੁਲ ਸਾਡੇ ਦੇਸ਼ ਦੇ ਕਿਸਾਨਾਂ ਦੇ ਵੱਲੋਂ ਕਹਿੰਦੇ 26-27 ਤਰੀਕ ਦੇ ਲਈ ਇੱਕ ਵਿਸ਼ੇਸ਼ ਕਿਸਮ ਦੀ ਬੱਸ ਵੀ ਤਿਆਰ ਕੀਤੀ ਗਈ ਜਿਹੜੀ ਦਿੱਲੀ ਨੂੰ ਲੈ ਕੇ ਜਾਣੀ ਹੈ। ਹੋ ਸਕਦਾ ਜਦੋਂ ਸੱਦਾ ਦੇ ਦਿਓ ਉਹੀ ਬੱਸ ਦੇ ਵਿੱਚ ਇਕੱਠੇ ਹੋ ਕੇ ਉਹ ਆ ਵੀ ਸਕਦੇ ਨੇ। ਸੋ ਡੱਲਾ ਸਾਹਿਬ, ਇਹ ਸਾਰੀਆਂ ਗੱਲਾਂ ਦੇ ਵਿੱਚੋਂ ਕਿਸਾਨਾਂ ਦੀ ਜੋ ਗੱਲ ਕਹਿਣੀ ਹੈ, ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਆਪਣੀਆਂ ਮੰਗਾਂ ਸਾਡੇ ਤੋਂ ਮਨਵਾ ਰਹੀ ਹੈ ਪਰ ਸਾਡੀ ਨਹੀਂ ਮੰਨ ਰਹੀ। ਇੱਕ ਪਾਸੇ ਪਹਿਲਾਂ ਰੇਲ ਪਟੜੀਆਂ ਤੋਂ ਧਰਨਾ ਚੱਕਣ ਦੀ ਗੱਲ ਆਉਂਦੀ ਹੈ ਤੇ ਉਹ ਚੱਕ ਦਿੰਦੇ ਨੇ, ਸਟੇਸ਼ਨਾਂ ਤੇ ਆਉਂਦੇ ਨੇ, ਸਟੇਸ਼ਨਾਂ ਤੋਂ ਧਰਨਾ ਚੁਕਾ ਦਿੱਤਾ ਜਾਂਦਾ। ਹੁਣ ਕਹਿੰਦੇ ਜਿਹੜੇ ਤੁਸੀਂ ਬਾਹਰ ਵੀ ਬੈਠੇ ਹੋ ਉੱਥੋਂ ਵੀ ਉੱਠ ਜਾਓ। ਕਿਸ ਤਰ੍ਹਾਂ ਵੇਖ ਰਹੇ ਹੋ? ਦੇਖੋ, ਇਸ ਵਕਤ ਕੇਂਦਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ 'ਚ ਟਕਰਾਅ ਬਣਿਆ ਜੀ। ਕੇਂਦਰ ਸਰਕਾਰ, ਪੰਜਾਬ ਦੀ ਸਰਕਾਰ ਮੰਗ ਰਹੀ ਹੈ ਵੀ ਸਾਡੇ ਕੋਲੇ ਯੂਰੀਆ ਘੱਟ ਹੈ ਜੀ, ਸਾਡੇ ਕੋਲੇ ਬਾਰਦਾਨੇ ਦੀ ਕਮੀ ਹੈ, ਸਾਡੇ ਕੋਲੇ ਅਨਾਜ ਜਿਹੜਾ ਖਰੀਦਿਆ ਗਿਆ ਏਜੰਸੀਆਂ ਵੱਲੋਂ ਉਹਨੂੰ ਸਟੋਰੇਜ ਕਰਨ ਦੀ ਕਮੀ ਹੈ। ਵੀ ਤੁਸੀਂ ਲੈ ਜਾਓ, ਮਾਲ ਵਿਕ ਗਿਆ, ਲੈ ਜਾਓ ਆਪਣਾ ਕੇਂਦਰੀ ਪੂਲ 'ਚ। ਜਾਣਾ ਤਾਂ ਕੇਂਦਰੀ ਪੂਲ 'ਚ ਹੀ ਹੈ ਨਾ। ਝੋਨਾ 160 ਲੱਖ ਮੀਟ੍ਰਿਕ ਟਨ ਤੋਂ ਵੱਧ ਵਿਕ ਗਿਆ ਝੋਨਾ ਜੀ। ਹੁਣ ਉਹਦਾ ਕਾਰਨ ਕੀ ਹੈ? ਸਰਕਾਰ ਇਸ ਕਰਕੇ ਚਿੰਤਤ ਹੈ। ਫਿਰ ਅਸੀਂ ਅਗਲੀ ਕਣਕ ਬੀਜਣੀ ਹੈ, ਸਾਨੂੰ ਯੂਰੀਆ ਚਾਹੀਦੀ ਹੈ, ਸਾਨੂੰ ਖਾਦ ਦੀ ਕਮੀ ਨਾ ਆਵੇ। ਇਹ ਸਾਡੇ ਕੋਲੇ ਕਣਕ ਖਰਾਬ ਹੋਣ ਦਾ, ਝੋਨਾ ਖਰਾਬ ਹੋਣ ਦਾ ਖਤਰਾ ਨਾ ਆਵੇ, ਕਿਤੇ ਮੀਂਹ ਨਾ ਪੈ ਜੇ। ਅਸੀਂ ਸਾਰੇ ਕੰਮਾਂ ਤੋਂ ਵਿਹਲੇ ਹੋ ਕੇ ਕਣਕ ਬੀਜਣ ਤੇ ਲੱਗ ਜੀ। ਕਣਕ ਬੀਜਣ ਦੇ ਦਿਨ ਚੱਲਦੇ ਪਏ ਆ ਜੀ। ਅਨੁਕੂਲ ਸਮਾਂ ਮਾਹਰ ਕਹਿੰਦੇ ਨੇ। ਇਸ ਕਰਕੇ ਮੰਗ ਸੂਬੇ ਵੱਲੋਂ ਬਾਰ-ਬਾਰ ਹੋ ਰਹੀ ਹੈ। ਸੋ ਕੇਂਦਰ ਨੂੰ ਹੁਣ ਇਹ ਲੱਗ ਰਿਹਾ ਹੈ ਕਿ ਇਹ 'ਚ ਕੋਈ ਦੋ ਰਾਏ ਨਹੀਂ ਕਿ ਅਸੀਂ ਕੇਂਦਰੀ ਪੂਲ 'ਚੋਂ ਬਿਜਲੀ ਖਰੀਦਦੇ ਹਾਂ। ਕੇਂਦਰੀ ਪੂਲ 'ਚੋਂ ਅਸੀਂ ਜਿੰਨੀ ਬਿਜਲੀ ਖਰੀਦਦੇ ਹਾਂ ਉਹਦੀ ਆਕਸ਼ਨ ਹੁੰਦੀ ਆ, ਉਹਦਾ ਮੁੱਲ ਲੱਗਦਾ, ਸਾਨੂੰ ਪੈਸੇ ਤਾਰਨੇ ਪੈਂਦੇ ਆ। ਪੈਸੇ ਭਾਵੇਂ ਰੁਕ ਕੇ ਸੂਬਾ ਤਾਰਦਾ, ਪਰ ਸਾਡੇ ਪੰਜਾਬ 'ਚ ਬਿਜਲੀ ਦਾ ਉਤਪਾਦਨ ਨਾ ਮਾਤਰ ਹੈ, ਕਿਉਂਕਿ ਕੋਲਾ ਹੀ ਹੈ ਨਹੀਂ। ਬਿਲਕੁਲ। ਹੈ ਜੀ, ਕੋਲਾ ਹੀ ਹੈ ਨਹੀਂ। ਸੋ ਇਸ ਕਰਕੇ ਮਾੜਾ ਮੋਟਾ ਕੋਲਾ ਸਿਰਫ ਜਿਹੜੇ ਕੋਲੇ ਵਾਲੀ ਪ੍ਰੈਸ ਕਰਦੇ ਆ ਉਹਨਾਂ ਕੋਲੇ ਆ। ਉਹਨਾਂ ਕੋਲ ਬੋਰੀਆਂ 2 ਬੋਰੀਆਂ ਪਈਆਂ ਹੁੰਦੀਆਂ। ਬਿਲਕੁਲ। ਹੈ ਜੀ, ਉਹ ਵੀ ਤਾਂ ਉਹਨਾਂ ਨੇ ਕੋਲਾ ਸਾਂਭ ਕੇ ਰੱਖਿਆ ਵੀ ਜੇ ਬਿਜਲੀ ਬੰਦ ਹੋ ਗਈ ਤੇ ਸਾਡੀ ਪ੍ਰੈਸ ਤਾਂ ਕੋਲੇ ਤੇ ਚੱਲਣੀ ਹੈ। ਬਿਲਕੁਲ। ਸੋ ਕੋਲੇ ਦੀ ਪ੍ਰੈਸ, ਜਿਹੜੇ ਕੋਲੇ ਵਾਲੀ ਪ੍ਰੈਸ ਕਰਦੇ ਆ ਉਹਨਾਂ ਕੋਲੇ ਮਾੜਾ ਮੋਟਾ ਕੋਲਾ, ਪਲਾਂਟ ਖਾਲੀ ਨੇ ਸਾਡੇ ਜੀ। ਸੋ ਹੁਣ ਜੇ ਬਿਜਲੀ ਬਿਲਕੁਲ ਉਤਪਾਦਨ ਪੰਜਾਬ ਦਾ ਨਹੀਂ ਹੁੰਦਾ, ਹਜੇ ਤਾਂ ਕੇਂਦਰੀ ਪੂਲ 'ਚੋਂ ਬਿਜਲੀ ਲਈ ਜਾਂਦੇ ਆ, ਪਰ ਕਿੰਨੇ ਦਿਨ ਲਵਾਂਗੇ ਜੀ? ਜੀ। ਉਧਾਰ ਕਿੰਨੇ ਦਿਨ ਚੱਲੂ? 10,000 ਕਰੋੜ ਤੋਂ ਜ਼ਿਆਦਾ ਪੈਸਾ ਪੰਜਾਬ ਸੂਬੇ ਦਾ ਕੇਂਦਰ ਕੋਲੇ ਪਿਆ ਹੈ। ਕੀ ਬੀਜੇਪੀ ਦਾ ਪੰਜਾਬ ਦਾ ਕੋਈ ਵੀ ਲੀਡਰ ਐਡੀ ਸਿਆਸੀ ਜੁਰਤ ਰੱਖਦਾ ਹੈ ਕਿ ਉਹ ਕੇਂਦਰ ਸਰਕਾਰ ਤੋਂ ਪੁੱਛ ਸਕੇ, ਬੇਨਤੀ ਕਰ ਸਕੇ ਵੀ ਸਾਡਾ 10,000 ਕਰੋੜ ਪਿਆ ਜੀ ਤੁਹਾਡੇ ਕੋਲੇ, ਕੇਂਦਰ ਕੋਲੇ, ਸਾਨੂੰ ਦੇ ਦਿਓ, ਕਿਸ਼ਤਾਂ 'ਚ ਦੇ ਦਿਓ? ਇਹੀ ਸਿਆਸੀ ਪੱਖਪਾਤ ਹੁੰਦਾ, ਹੋਰ ਕੀ ਹੁੰਦਾ? ਬਿਲਕੁਲ। ਸਿਆਸੀ ਪੱਖਪਾਤ ਇਹਨੂੰ ਕਿਹਾ ਜਾਂਦਾ ਹੈ। ਉਹ ਨਹੀਂ ਆ ਰਿਹਾ। ਕੋਲਾ ਅਸੀਂ ਖਰੀਦ ਰਹੇ ਹਾਂ, ਕੋਲਾ ਨਹੀਂ ਖਰੀਦ ਰਹੇ, ਅਸੀਂ ਕੇਂਦਰੀ ਪੂਲ 'ਚੋਂ ਖਰੀਦ ਰਹੇ ਹਾਂ। ਬਿਜਲੀ ਮਹਿੰਗੀ ਮਿਲਦੀ ਹੈ। ਇਸ ਕਰਕੇ ਪੰਜਾਬ ਵਾਲੇ ਸਾਰੇ ਕਹਿ ਰਹੇ ਨੇ ਵੀ ਅਸੀਂ ਕਿਸਾਨਾਂ ਨੂੰ ਬੇਨਤੀ ਕੀਤੀ ਹੈ ਵੀ ਤੁਸੀਂ ਘੱਟੋ ਘੱਟ ਮਾਲ ਗੱਡੀਆਂ ਆਉਣ ਦਿਓ। ਤੇ ਕਿਸਾਨ ਤਿਆਰ ਹੋ ਗਏ ਵੀ ਠੀਕ ਹੈ ਤੁਸੀਂ ਮਾਲ ਗੱਡੀਆਂ ਲਿਆਓ, ਅਸੀਂ ਨਹੀਂ ਰੋਕਦੇ। ਫਿਰ ਫੌਜੀਆਂ ਦਾ ਵੀ ਸਮਾਨ ਜਾਣਾ ਮਾਲ ਗੱਡੀਆਂ 'ਚ। ਫੌਜ ਤੋਂ ਵੱਡਾ ਸਾਡੇ ਮੁਲਕ 'ਚ ਕੀ ਹੈ ਜੀ? ਕੁਛ ਨਹੀਂ ਜੀ। ਜੇ ਫੌਜ ਹੈ ਨਹੀਂ, ਅਸੀਂ ਹੈ ਨਹੀਂ। ਸੋ ਫੌਜ ਤੋਂ ਬਿਨਾਂ ਕੀ ਹੈ? ਸੋ ਫੌਜ ਨੂੰ ਰਾਸ਼ਨ ਚਾਹੀਦਾ। ਸੋ ਇਸ ਕਰਕੇ, ਕਿਉਂਕਿ ਅਸੀਂ ਤਾਂ ਪੰਜਾਬ ਆਪ ਸਾਰੇ ਫੌਜੀਆਂ, ਅਸੀਂ ਜਾਂ ਕਿਸਾਨ ਆ ਜਾਂ ਫੌਜੀਆਂ। ਜੀ। ਦੋ ਹੀ ਮੁੱਖ ਕੰਮ ਹੁੰਦੇ ਨੇ ਸਾਡੇ ਪੰਜਾਬ 'ਚ, ਜਾਂ ਤੀਜੇ ਗਵਈਏ। ਜੀ। ਹੈ ਜੀ, ਕਿਸਾਨ, ਫੌਜੀ ਜਾਂ ਗਵਈਏ। ਗਵਈਏ ਹੌਸਲਾ ਵਧਾਉਂਦੇ ਰਹਿੰਦੇ ਨੇ ਗਾ ਗਾ ਕੇ। ਜੀ। ਫੌਜੀ ਬਾਰਡਰ ਤੇ ਕਿਸੇ ਨੂੰ ਵੜਨ ਨਹੀਂ ਦਿੰਦੇ ਤੇ ਕਿਸਾਨ ਕਿਸੇ ਨੂੰ ਭੁੱਖਾ ਮਰਨ ਨਹੀਂ ਦਿੰਦੇ। ਬਿਲਕੁਲ। ਸੋ ਇਸ ਕਰਕੇ ਪੰਜਾਬ ਦੀ, ਇਕੱਲੇ ਪੰਜਾਬ ਦੀ ਜ਼ਰੂਰਤ ਨਹੀਂ। ਇਹ ਕਹਿ ਦੇਣਾ ਵੀ ਹੁਣ ਪੰਜਾਬ ਨੂੰ ਲੋੜ ਹੈ ਤਾਂ ਪੰਜਾਬ ਵਾਲੇ ਆਏ ਨੇ, ਕੇਂਦਰ ਦੇ ਕੁਝ ਮੰਤਰੀਆਂ ਵੱਲੋਂ। ਜੀ। ਸੋ ਪੰਜਾਬ ਇਸੇ ਮੁਲਕ ਦਾ ਹਿੱਸਾ, ਤੇ ਇਹ ਮੁਲਕ ਜਿੰਨਾ ਦੂਜੇ ਸੂਬਿਆਂ ਦਾ ਉਹਨਾਂ ਪੰਜਾਬ ਦਾ ਵੀ ਹੈ। ਬਿਲਕੁਲ। ਹੈ ਜੀ, ਭਾਰਤ ਦੀ ਰਜਿਸਟਰੀ ਕਿਸੇ ਇੱਕ ਸੂਬੇ ਕੋਲੇ ਨਹੀਂ। ਪੰਜਾਬ ਦਾ ਵੀ ਹਿੰਦੁਸਤਾਨ ਉਨਾ ਹੀ ਹੈ ਜਿੰਨਾ ਕਿਸੇ ਦੂਜੇ ਸੂਬੇ ਦਾ। ਜੀ। ਬਾਕੀ ਦਿਲ ਵੀ ਕਹਿੰਦੇ ਪੰਜਾਬ ਨੂੰ। ਹੈ ਜੀ, ਜੇ ਦਿਲ ਹਿੱਲ ਜੇ ਤਾਂ ਸਰੀਰ ਦਾ ਕੀ ਬਣਦਾ? ਜੀ। ਵੀ ਮਾਲ ਗੱਡੀਆਂ ਚਲਾਓ, ਕਿਸਾਨ ਤਿਆਰ ਨੇ। ਪਰ ਜਿਹੜੀਆਂ ਜ਼ਿੱਦਬਾਜ਼ੀਆਂ ਨੇ ਨਾ ਜੀ ਗਗਨ, ਇਹ ਹੁੰਦੀਆਂ ਤਾਂ ਨੁਕਸਾਨਦਾਇਕ ਹੀ ਨੇ। ਜ਼ਿੱਦਬਾਜ਼ੀਆਂ ਨਹੀਂ ਹੋਣੀਆਂ ਚਾਹੀਦੀਆਂ। ਜਿੱਦ ਦਾ ਅੰਤ ਭਲਾ ਨਹੀਂ ਹੁੰਦਾ। ਜੀ। ਸੋ ਇਸ ਕਰਕੇ ਕੇਂਦਰ ਨੂੰ ਜ਼ਰੂਰ ਮਾਲ ਗੱਡੀਆਂ ਚਲਾ ਦੇਣੀਆਂ ਚਾਹੀਦੀਆਂ ਨੇ। ਦੇਖੋ ਹੁਣ ਇੱਕ ਪਾਸੇ ਤਾਂ ਇਹ ਕਹਿੰਦੇ ਸਾਡੇ ਮੰਤਰੀ ਸੱਦਾ ਦੇਣਗੇ। ਜੀ।
ਵੀ ਸੱਦਾ ਭੇਜਣਗੇ, ਕਿਸਾਨਾਂ ਨਾਲ ਗੱਲਬਾਤ ਕਰਨਗੇ। ਦੂਜੇ ਪਾਸੇ ਕਹਿੰਦੇ ਮਾਲ ਗੱਡੀ ਤਾਂ ਚਲਾਵਾਂਗੇ, ਪਹਿਲਾਂ ਯਾਤਰੀ ਚੱਲਣ ਦਿਓ। ਮਾਲ ਗੱਡੀਆਂ ਚਲਾਓ, ਕਿਸਾਨਾਂ ਦਾ ਸਮਾਨ ਆਵੇ, ਉਦਯੋਗਪਤੀਆਂ ਦਾ ਸਮਾਨ ਆਵੇ। ਦੀਵਾਲੀਆਂ ਦਾ ਕਿੰਨਾ ਸਮਾਨ ਆਉਣਾ ਸਾਡੇ, ਉਹ ਜਿਹੜੇ ਮਾਲ ਗੱਡੀਆਂ ਦੇ ਵਿੱਚ ਲੋਹੇ ਦੇ ਬਕਸੇ ਲੱਗੇ ਹੁੰਦੇ, ਵੱਡੇ ਵੱਡੇ ਕੰਟੇਨਰ ਕਹਿੰਦੇ ਜਿਨ੍ਹਾਂ ਨੂੰ ਜੀ, ਉਹ 'ਚ ਕਿੰਨਾ ਸਮਾਨ ਆਉਣਾ ਇੰਡਸਟਰੀ ਦਾ, ਉਦਯੋਗ ਦਾ। ਉਹ ਸਾਰਾ ਬਣ ਕੇ ਅਸੀਂ ਆਪਣੇ ਕੋਲੇ ਥੋੜ੍ਹੀ ਰੱਖ ਲੈਣਾ, ਉਹ 'ਚੋਂ ਅਸੀਂ ਕਿੰਨਾ ਕੁਝ ਬਣਾ ਕੇ ਮੋੜ ਵੀ ਦੇਣਾ ਹੈ ਜੀ। ਗਰੀਬ ਦੀ ਸਵਾਰੀ ਜਿਹੜਾ ਕਾਲਾ ਸਾਈਕਲ ਹੈ ਨਾ ਜੀ, ਸਭ ਤੋਂ ਵੱਧ ਪੰਜਾਬ 'ਚੋਂ ਬਣ ਕੇ ਜਾਂਦਾ ਹੈ ਜੀ। ਤੇ ਮੁਲਕ 'ਚ ਸਭ ਤੋਂ ਵੱਧ ਸਵਾਰੀ ਗਰੀਬ ਲੋਕ ਕਾਲੇ ਸਾਈਕਲ ਦੀ ਕਰਦੇ ਆ, ਤੁਰ ਕੇ ਨਹੀਂ ਜਾਂਦੇ ਜਿਵੇਂ ਕਰੋਨਾ 'ਚ ਤੁਰ ਕੇ ਗਏ ਸੀ ਜੀ, ਹੈ ਜੀ। ਸੋ ਇਸ ਕਰਕੇ ਸਰਕਾਰ ਕੋਲੇ ਉਦੋਂ ਇੰਨਾ ਨਹੀਂ ਜੁੜਿਆ ਵੀ ਸਾਈਕਲ ਦਾ ਹੀ ਇੰਤਜ਼ਾਮ ਕਰ ਦਈਏ, ਕੋਈ 1,00,000 2 ਲੱਖ ਸਾਈਕਲਾਂ ਦਾ ਹੀ ਇੰਤਜ਼ਾਮ ਕਰ ਦਈਏ। ਤੁਰ ਕੇ ਜਾ ਰਹੇ ਨੇ ਐਡੀ ਦੂਰ ਸਾਡੇ ਲੋਕ ਜੀ, ਹੈ ਜੀ। ਸਾਈਕਲ 'ਤੇ ਜਾਣਾ ਫਿਰ ਆਸਾਨ ਹੈ ਤੁਰ ਕੇ ਜਾਣ ਨਾਲੋਂ। ਸੋ ਇਹ ਹੁਣ ਕੇਂਦਰ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ। ਮੈਂ ਤਾਂ ਕਹਿੰਦਾ ਰੇਲਾਂ ਚਲਾ ਦੇਣੀਆਂ ਚਾਹੀਦੀਆਂ। ਸੋ ਜਿਆਣੀ ਸਾਹਿਬ ਕੋਸ਼ਿਸ਼ ਕਰ ਰਹੇ ਨੇ, ਠੀਕ ਹੈ, ਬਾਕੀ ਵੇਖਦੇ ਹਾਂ ਕੀ ਨਤੀਜਾ ਨਿਕਲਦਾ। ਮੋਦੀ ਸਾਹਿਬ ਨੂੰ ਮਨਾਉਣਾ ਪੈਣਾ ਜੀ। ਉਧਰ ਡੱਲਾ ਸਾਹਿਬ, ਜਿਹੜੀ ਆਮ ਆਦਮੀ ਪਾਰਟੀ ਦੇ ਵੱਲੋਂ ਕੱਲ ਕੋ ਪ੍ਰਧਾਨ ਲਾਏ ਗਏ ਨੇ ਯੂਥ ਵਿੰਗ ਦੇ ਅਨਮੋਲ ਗਗਨ ਮਾਨ, ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਚੰਡੀਗੜ੍ਹ ਦੇ ਵਿੱਚ। ਬੜੇ ਤਿੱਖੇ ਸਵਾਲ ਉਹਨਾਂ ਦੇ ਜਿਹੜੇ ਜਵਾਬ ਨੇ ਸਵਾਲਾਂ ਦੇ ਕੈਪਟਨ ਅਮਰਿੰਦਰ ਸਿੰਘ ਦੇ ਲਈ ਵੀ ਕੀਤੇ ਨੇ, ਸੁਖਪਾਲ ਸਿੰਘ ਖਹਿਰਾ ਹੋਣਾ ਦੇ ਲਈ ਵੀ ਕੀਤੇ ਨੇ, ਤੇ MSP ਦੀ ਵੀ ਗੱਲ ਕਰਕੇ ਕਹਿੰਦੇ ਤੁਸੀਂ ਹੁਣੀ ਅਸਤੀਫਾ ਦਿਓ, ਅਸੀਂ 5 ਮਿੰਟਾਂ ਜਿਹੜਾ MSP ਹਰ ਦਾਲ ਸਬਜ਼ੀ ਦੇ ਉੱਤੇ ਦੇਣਾ ਸ਼ੁਰੂ ਕਰ ਦਾਂਗੇ। ਵੈਸੇ ਮੈਂ ਅਨਮੋਲ ਗਗਨ ਮਾਨ ਕੋ ਪ੍ਰੈਜ਼ੀਡੈਂਟ ਲਾਇਆ ਗਿਆ ਉਹਨਾਂ ਨੂੰ ਯੂਥ ਵਿੰਗ ਦਾ ਜੀ, ਪਰ ਮੈਂ ਫਿਰ ਕੱਲ ਵੀ ਮੈਂ ਗੱਲ ਕੀਤੀ ਸੀ ਕਿ ਸਾਡੀਆਂ ਪੋਲੀਟੀਕਲ ਪਾਰਟੀਆਂ ਵਾਲੇ ਨਾ ਥੋੜ੍ਹਾ ਜਿਹਾ ਤਜਰਬਾ ਜ਼ਰੂਰ ਦਿਆ ਕਰਨ ਜੀ। ਅਨਮੋਲ ਗਗਨ ਮਾਨ ਨੂੰ ਵੀ ਤਕਨੀਕੀ ਤੌਰ 'ਤੇ ਸਾਰੇ ਪਹਿਲੂਆਂ ਤੋਂ ਵਾਕਫ ਕਰਾਇਆ ਜਾਣਾ ਚਾਹੀਦਾ ਸੀ। ਉਹ ਚਲੋ ਸਾਡੇ ਲਈ ਤਾਂ ਛੋਟੀ ਭੈਣ ਹੈ ਜੀ, ਪਰ ਜਿਸ ਤਰੀਕੇ ਦੀ ਤੇਜ਼ੀ ਦਿਖਾਈ ਅਨਮੋਲ ਗਗਨ ਮਾਨ ਨੇ ਨਹੀਂ ਦਿਖਾਉਣੀ ਚਾਹੀਦੀ ਸੀ। ਕੋਈ ਮੈਨੂੰ ਪੋਲੀਟੀਕਲ ਮੈਚਿਓਰਿਟੀ ਜੀ ਜ਼ਿਆਦਾ ਨਜ਼ਰ ਨਹੀਂ ਆਈ। ਨਵੀਂ ਹਜੇ ਸਾਡੀ ਇਹ ਬੀਬੀ ਲੀਡਰ ਬਣੀ ਹੈ, ਗਾਇਕ ਨੇ, ਬੜੇ ਚੰਗੇ ਗਾਇਕ ਨੇ, ਬਹੁਤ ਚੰਗੇ ਗਾਣੇ ਅਨਮੋਲ ਗਗਨ ਮਾਨ ਦੇ ਆਏ ਨੇ। ਮੈਂ ਵੀ ਕਈ ਗਾਣੇ ਸੁਣੇ ਜੀ, ਬੜੀ ਮਿਹਨਤ ਕੀਤੀ ਹੋਣੀ ਗਗਨ ਮਾਨ ਨੇ ਗਾਣੇ ਕੱਢਣ ਲਈ, ਰਿਆਜ਼ ਕੀਤਾ ਹੋਣਾ ਹੈ, ਟ੍ਰੇਨਿੰਗ ਵੀ ਲਈ ਹੋਣੀ ਹੈ। ਆ ਵੀਡੀਓ ਗਾਣਿਆਂ ਦੀ ਕਿਹੜਾ ਸਸਤੀ ਤੇ ਸੌਖੀ ਬਣ ਜਾਂਦੀ ਹੈ, ਬੜਾ ਖਰਚਾ ਆਇਆ ਹੋਣਾ ਹੈ। ਬਿਲਕੁਲ। ਸਵਾਲ ਇਹ ਹੈ ਕਿ ਪੋਲੀਟੀਕਲ ਲੀਡਰ ਬਣ ਕੇ ਤੁਸੀਂ ਕਿਸੇ ਵੀ ਪੋਲੀਟੀਕਲ ਪਾਰਟੀ ਦੀ ਰੱਟੀ ਰਟਾਈ ਗੱਲ ਬੋਲੋਗੇ, ਉਹਦੇ ਨਾਲ ਫਾਇਦਾ ਨਹੀਂ ਹੋਣਾ ਜੀ। ਜੇ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਆਪਾਂ ਬਣਾ ਦਈਏ ਨਾ ਜੀ, ਤਾਂ ਵੀ ਇਹਨਾਂ ਤੋਂ MSP ਤੇ ਫਸਲਾਂ ਨਹੀਂ ਚੱਕ ਹੋਣੀਆਂ। ਹਜ਼ਾਰਾਂ ਕਰੋੜ ਰੁਪਏ ਕੈਸ਼ ਕ੍ਰੈਡਿਟ ਲਿਮਟ ਕੇਂਦਰ ਸਰਕਾਰ ਵੱਲੋਂ ਜਾਰੀ ਹੁੰਦੀ ਹੈ ਕੇਂਦਰੀ ਪੂਲ ਚੋਂ, ਜਿਹਦੇ ਨਾਲ 160 ਲੱਖ ਮੀਟ੍ਰਿਕ ਟਨ ਝੋਨਾ ਚੱਕਿਆ ਗਿਆ ਜੀ, ਹੈ ਜੀ। 160 ਲੱਖ ਮੀਟ੍ਰਿਕ ਟਨ ਝੋਨਾ ਚੱਕਿਆ ਗਿਆ। ਮੈਨੂੰ ਲੱਗਦਾ ਪੰਜਾਬ ਕੋਲੋਂ ਲੱਖ ਮੀਟ੍ਰਿਕ ਟਨ ਨਹੀਂ ਚੱਕਿਆ ਜਾਣਾ। ਤਨਖਾਹਾਂ ਦੇਣ ਨੂੰ ਪੈਸੇ ਨਹੀਂ ਪੰਜਾਬ ਕੋਲੇ। 10,000 ਕਰੋੜ ਸਾਡਾ ਕੇਂਦਰ ਕੋਲੇ ਪਿਆ। 70-80 ਹਜ਼ਾਰ ਕਰੋੜ ਸਾਡੇ ਪੰਜਾਬ ਦੇ ਕਿਸਾਨਾਂ ਦੇ ਸਿਰ ਕਰਜ਼ਾ ਹੈ। ਸਾਰੀ MSP ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਚੱਕ ਸਕਦੀ, ਕੋਈ ਵੀ ਨਹੀਂ ਚੱਕ ਸਕਦੀ ਸਾਰੀਆਂ ਫਸਲਾਂ ਤੇ MSP ਲਾ ਕੇ। ਸੋ ਇਸ ਕਰਕੇ ਪਹਿਲਾਂ ਤਾਂ ਮੈਂ ਪਿਛਲੀ ਵਾਰੀ ਵੀ ਕਹਿੰਦਾ, ਪਿਛਲੀ ਵਾਰੀ ਕੇਜਰੀਵਾਲ ਨੇ ਇਹਨੇ ਉਹ ਬੋਰਡ ਲਵਾਤੇ ਮਜੀਠੀਏ ਦੇ ਪੂਰੇ ਪੰਜਾਬ 'ਚ ਜੀ। ਬਾਅਦ 'ਚ ਆਪ ਕੇਜਰੀਵਾਲ ਮਾਫੀ ਮੰਗਿਆ ਲਿਖ ਕੇ, ਉਹ ਵੀ ਲਿਖ ਕੇ ਕੱਲੇ ਮਜੀਠੀਏ ਤੋਂ ਨਹੀਂ ਮੰਗੀ, ਅਰੁਣ ਜੇਤਲੀ ਸਾਹਿਬ ਤੋਂ ਵੀ ਮੰਗੇ ਜਿਹੜੇ ਹੁਣ ਦੁਨੀਆ 'ਚੋਂ ਚਲੇ ਗਏ ਜੀ, ਹੋਰ ਕਈਆਂ ਤੋਂ ਮੰਗੀ, ਕਹਿੰਦੇ ਲਿਖ ਕੇ ਮਾਫੀ ਮੰਗੀ ਜੀ। ਤੇ ਉਹੀ ਹੁਣ ਪੋਲੀਟੀਕਲ ਮੈਚਿਓਰਿਟੀ ਦਿਖਾ ਨਹੀਂ ਰਹੀ ਆਮ ਆਦਮੀ ਪਾਰਟੀ ਵੀ ਕਹਿੰਦੇ ਜੀ ਜੇ ਕੇਂਦਰ ਨਹੀਂ ਫਸਲਾਂ ਚੱਕਦੀ MSP ਤੇ ਸੂਬਾ ਚੱਕੇ। ਪੰਜਾਬ ਕੋਲੇ ਇੰਨਾ ਪੈਸਾ ਕਿੱਥੇ ਹੈ ਜੀ। ਮੈਂ ਕੱਲ ਵੀ ਗੱਲ ਕੀਤੀ ਸੀ ਕਿ ਸਪਰੇਟਾ ਪੀ ਕੇ ਵੀ ਕਦੀ ਦਾਰਾ ਸਿੰਘ ਨੂੰ ਚੈਲੰਜ ਕੀਤਾ ਜਾ ਸਕਦਾ ਹੈ। ਬਿਲਕੁਲ ਹੈ ਜੀ। ਸਪਰੇਟਾ ਪੀ ਕੇ ਵੀ ਓਲੰਪਿਕ 'ਚ ਮੈਡਲ ਜਿੱਤਿਆ ਜਾ ਸਕਦਾ ਹੈ। ਸਪਰੇਟਾ ਪੀਣ ਦਾ ਜਿੱਤ ਸਕਦੇ ਆ ਵੀ ਵੱਧ ਸਪਰੇਟਾ ਕਿਹਨੇ ਪੀਤਾ ਜੀ। ਸੋ ਭਾਵ ਸਾਡੇ ਪੰਜਾਬ ਦੀ ਵਿੱਤੀ ਹਾਲਤ ਹੀ ਇੰਨੀ ਹੈ ਨਹੀਂ, ਸਾਡੇ ਕੋਲੇ ਐਡੇ ਵਿੱਤੀ ਸਾਧਨ ਨਹੀਂ ਹੈ ਕਿ ਅਸੀਂ ਹਰ ਫਸਲ ਤੇ MSP ਲਾ ਕੇ ਉਹਨੂੰ ਚੱਕ ਦਈਏ ਜੀ। ਇਹ ਕੰਮ ਪੜਾਅਵਾਰ ਹੋਊਗਾ, ਹੌਲੀ ਹੋਊਗਾ। ਜਿਵੇਂ ਮੈਂ ਕਈ ਵਾਰੀ ਗੱਲ ਕੀਤੀ ਹੈ ਪਹਿਲਾਂ ਕਿ ਆਮ ਆਦਮੀ ਪਾਰਟੀ ਨੂੰ ਪਹਿਲਾਂ ਕੋਈ ਖਰੜਾ ਕਾਨੂੰਨ ਦਾ ਬਣਾ ਕੇ ਪੰਜਾਬ ਦੇ ਲੋਕਾਂ ਅੱਗੇ ਰੱਖਣਾ ਚਾਹੀਦਾ। ਇਹ ਹੁਣ ਉਹ ਸਮਾਂ ਨਹੀਂ ਰਿਹਾ ਵੀ ਤੁਸੀਂ ਕਹੋਗੇ ਮਜੀਠੀਏ ਦੇ ਬੋਰਡ ਲਾ ਦਿਓ ਤੇ ਪੰਜਾਬੀ ਬੋਰਡ ਲਾ ਦੇਣਗੇ। ਪੰਜਾਬੀਆਂ ਨੂੰ ਪਤਾ ਤੁਸੀਂ ਬਾਅਦ 'ਚ ਮਾਫੀ ਮੰਗ ਲੈਣੀ ਲਿਖ ਕੇ, ਸਾਰੇ ਪੰਜਾਬੀ ਜਾਣਗੇ। ਬਿਲਕੁਲ। ਇਸ ਕਰਕੇ ਅੱਖਾਂ ਬੰਦ ਕਰਕੇ ਪੰਜਾਬੀਆਂ ਨੇ ਪਿੱਛੇ ਨਹੀਂ ਲੱਗਣਾ। ਪਹਿਲਾਂ ਤੁਸੀਂ ਤਿਆਰੀ ਕਰਕੇ, ਜੇ ਤੁਸੀਂ ਕਿਸੇ ਦਾ ਐਤਕੀ ਬੋਰਡ ਲਵਾਉਣਾ ਹੈ ਨਾ, ਪਹਿਲਾਂ ਸਬੂਤ ਲੈ ਕੇ ਆਈਓ। ਹੁਣ ਜੇ ਤੁਸੀਂ ਕਹਿੰਦੇ ਹੋ ਸਾਡੀ ਸਰਕਾਰ ਆ ਗਈ, ਅਸੀਂ ਆਉਂਦੇ ਹੀ ਸਾਰਾ ਕੁਝ MSP ਤੇ ਚੱਕ ਲਵਾਂਗੇ, ਮੈਂ ਤੁਹਾਡੀ ਗੱਲ ਤੇ ਯਕੀਨ ਕਰ ਸਕਦਾ
ਕੋਈ ਕਾਨੂੰਨ ਦਾ ਖਰੜਾ ਲੈ ਕੇ ਆਓ, ਕੋਈ ਆਮ ਆਦਮੀ ਪਾਰਟੀ ਕਮੇਟੀ ਬਣਾਵੇ, ਕੋਈ ਪੁਰਾਣੇ ਵਾਈਸ ਚਾਂਸਲਰ ਹੋਣ, ਸਾਡੇ ਕਿਸਾਨ ਹੋਣ, ਸਾਡੇ ਸਾਇੰਸਦਾਨ ਹੋਣ, ਉਹ 'ਚ ਹੈ ਜੀ ਜੀ ਕੋਈ ਕਾਨੂੰਨ ਦਾ ਖਰੜਾ ਹੋਵੇ, ਕੀ ਯੋਜਨਾ ਹੈ। ਫਿਰ ਇਹ ਦਿੱਲੀ ਦੀ ਉਦਾਹਰਨ ਦੇਈ ਜਾਂਦੇ, ਕਹਿੰਦੇ ਦਿੱਲੀ 'ਚ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਹੈ, ਦਿੱਲੀ 'ਚ ਕਾਨੂੰਨ ਬਣਾਉਣ ਦੀ ਲੋੜ ਨਹੀਂ। ਦੱਸੋ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਹੋਣ ਦਾ ਮਤਲਬ ਹੈ ਮਸਲੇ ਹੱਲ ਹੋ ਗਏ ਜੀ ਹੈ ਜੀ। ਆ ਬੀਜੇਪੀ ਵਾਲੇ ਵੀ ਕਹੀ ਜਾਂਦੇ ਤਾਂ ਕਿ ਅਸੀਂ ਤਾਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ ਕਿਸਾਨਾਂ ਨੂੰ ਸਭ ਕੁਝ ਦੇ ਰਹੇ ਹਾਂ ਜੀ। ਉਹ ਕਹਿੰਦੇ ਅਸੀਂ ਮੁਤਾਬਕ ਦੇ ਰਹੇ ਹਾਂ, ਇਹ ਕਹਿੰਦੇ ਅਸੀਂ ਲਾਗੂ ਕਰਤੀ ਜੀ। ਪਰਾਲੀ ਦਾ ਘੋਲ ਤੁਸੀਂ ਹੁਣ ਲੱਭਿਆ ਜੀ। ਉਹ ਵੀ ਉਦੋਂ ਜਦੋਂ ਪੂਰੀ ਦਿੱਲੀ ਘਿਰ ਗਈ, ਉਹ ਵੀ ਪੰਜਾਬ ਤੇ ਇਲਜ਼ਾਮ ਲਾ ਕੇ ਹੈ ਜੀ। ਬਿਲਕੁਲ। ਪਰਾਲੀ ਦਾ ਘੋਲ ਤਾਂ ਹੁਣ ਲੱਭਿਆ ਆ 10-15 ਦਿਨਾਂ 'ਚ ਹੀ। ਜੀ। ਇਹ ਉਦੋਂ ਜਾਗਦੇ ਨੇ ਸਾਡੇ ਸਿਆਸੀ ਸਰਕਾਰਾਂ ਵਾਲੇ ਜਦੋਂ ਸਿਰ ਤੇ ਵਿਪਤਾ ਆਉਂਦੀ ਹੈ। ਬਿਲਕੁਲ। ਸੋ ਜਦੋਂ ਦਿੱਲੀ 'ਚ ਸਾਹ ਲੈਣਾ ਔਖਾ ਹੋ ਗਿਆ, ਹਵਾ ਗੰਦੀ ਹੋ ਗਈ, ਬਦਬੂਦਾਰ, ਜੀ, ਉਦੋਂ ਘੋਲ ਲੱਭਿਆ ਪਰਾਲੀ ਦਾ। ਪਹਿਲਾਂ ਕਿਉਂ ਨਹੀਂ ਲੱਭਿਆ ਘੋਲ ਪਰਾਲੀ ਦਾ? ਤੇ ਉਹੀ ਗੱਲ ਹੁਣ ਪੰਜਾਬ 'ਚ ਕਰੀ ਜਾਂਦੇ ਵੀ ਜੇ ਸਾਡੀ ਸਰਕਾਰ ਆ ਗਈ ਤੇ ਅਸੀਂ MSP ਤੇ ਸਾਰਾ ਕੁਝ ਚੱਕ ਲਾਂਗੇ। ਕਿੱਥੋਂ ਚੱਕ ਲਓਗੇ? ਪੈਸਾ ਕਿੱਥੇ ਹੈ? ਪੰਜਾਬ ਦੇ ਲੋਕ ਪੁੱਛਣਗੇ ਕਿ ਕੋਈ ਕਾਨੂੰਨ ਦਾ ਖਰੜਾ ਲੈ ਕੇ ਆਓ, ਡਰਾਫਟ ਲੈ ਕੇ ਆਓ। ਕੱਲੀ ਪ੍ਰੈਸ ਕਾਨਫਰੰਸ ਕਰਕੇ ਕਹਿ ਦੇਣਾ ਵੀ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਅਸੀਂ ਸਾਰਾ MSP ਝੋਨਾ ਚੱਕ ਲਾਂਗੇ, ਜੀ, ਸਾਰੀਆਂ ਫਸਲਾਂ ਚੱਕ ਲਾਂਗੇ। ਕੈਪਟਨ ਵੀ ਕਹਿੰਦਾ ਸੀ ਵੀ ਅਸੀਂ ਸਾਰਿਆਂ ਦੇ ਬਿੱਲ ਮਾਫ ਕਰ ਦਿਆਂਗੇ, ਬੈਂਕਾਂ ਨੂੰ ਕਿਸ਼ਤ ਨਾ ਮੋੜਿਓ। ਜੀ। ਉਹ ਵਿਆਜ ਤੇ ਵਿਆਜ ਲੱਗੀ ਜਾਂਦੇ ਸਾਡੇ ਕਿਸਾਨਾਂ ਦੇ। ਬਿਲਕੁਲ। ਪਿੰਡਾਂ 'ਚ ਜਾਓ, ਪਿੰਡਾਂ 'ਚ ਪੁੱਛੋ ਜਿਨ੍ਹਾਂ ਨੇ ਕਿਸ਼ਤਾਂ ਨਹੀਂ ਸੀ ਮੋੜੀਆਂ, ਹੈ ਜੀ। ਬਿਲਕੁਲ। ਸੋ ਕਈ ਪਰਿਵਾਰ ਵੱਧ ਦੁੱਧ ਵੇਚਣਾ ਪੈ ਗਿਆ ਜਿਨ੍ਹਾਂ ਨੇ ਡੰਗਰ ਰੱਖੇ ਹੋਏ ਸੀ, ਨਹੀਂ ਤਾਂ ਕਿਲੋ 2 ਕਿਲੋ ਜਵਾਕਾਂ ਲਈ ਰੱਖ ਲੈਂਦੇ ਸੀ ਕਿਉਂਕਿ ਵਿਆਜ ਇੰਨਾ ਪੈ ਗਿਆ। ਬਿਲਕੁਲ। 2 ਕਿਲੋ ਦੁੱਧ ਉਹ ਵੀ ਪਾਉਣਾ ਪੈ ਗਿਆ। ਸੋ ਇਸ ਕਰਕੇ ਪੋਲੀਟੀਕਲੀ ਮੈਚੁਰ ਹੋਣ ਦੀ ਲੋੜ ਹੈ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਵੀ, ਜਦੋਂ ਕੋਈ ਏਜੰਡਾ ਲੈ ਕੇ ਆਉਣਾ ਉਹਨਾਂ ਨੇ। ਬਿਲਕੁਲ। MSP ਤੇ ਮੈਂ ਬਾਰ-ਬਾਰ ਕਹਿ ਰਿਹਾ, ਆਮ ਆਦਮੀ ਪਾਰਟੀ ਨੂੰ MSP ਬਾਰੇ ਬਿਆਨ ਦੇਣ ਤੋਂ ਪਹਿਲਾਂ ਆਪਣੀ ਤਿਆਰੀ ਕਰਨੀ ਚਾਹੀਦੀ ਹੈ। ਕਲੀਅਰ ਵਿਜ਼ਨ ਪੰਜਾਬ ਦੇ ਲੋਕਾਂ ਅੱਗੇ ਲੈ ਕੇ ਆਉਣਾ ਚਾਹੀਦਾ ਹੈ ਵੀ ਕਿਹੜਾ ਕਾਨੂੰਨ ਤੁਸੀਂ ਬਣਾਓਗੇ, ਕਿਹੜੀ ਸਬਜ਼ੀ ਤੇ MSP ਲਾਓਗੇ, ਰੇਟ ਵੀ ਦੱਸੋ, ਟੀਂਡੇ ਦਾ ਕਿੰਨਾ ਲਾਓਗੇ, ਕੱਦੂ ਦਾ ਕਿੰਨਾ, ਬੈਂਗਣ ਦਾ ਕਿੰਨਾ, ਮੂਲੀ ਦਾ ਕਿੰਨਾ, ਖੀਰੇ ਦਾ ਕਿੰਨਾ, ਆਲੂ ਦਾ ਕਿੰਨਾ, ਪਿਆਜ਼ ਦਾ ਕਿੰਨਾ। ਜੀ। ਤਾਂ ਕਾਨੂੰਨ ਦਾ ਖਰੜਾ ਸਾਹਮਣੇ ਆਊਗਾ ਨਾ। ਇਹ ਹੁਣ ਲੋੜ ਹੈ, ਕੈਪਟਨ ਤੋਂ ਮੰਗ ਕਰੋ, ਤੁਹਾਨੂੰ ਵੀ ਪਾਵੇ ਕਮੇਟੀ 'ਚ ਕੈਪਟਨ ਅਮਰਿੰਦਰ, ਅਕਾਲੀਆਂ ਨੂੰ ਵੀ ਪਾਵੇ, ਸਾਰੀਆਂ ਧਿਰਾਂ ਨੂੰ ਪਾ ਲੇ, ਖਹਿਰਾ ਬੈਂਸ ਨੂੰ ਵੀ ਪਾ ਲੈਣ, ਨਹੀਂ ਤਾਂ ਉਹਨਾਂ ਨੇ ਵੀ ਐਂਟੀ ਬਿਆਨ ਦੇਣੇ ਆ ਮੁੜ ਕੇ ਵੀ ਸਾਨੂੰ ਨਹੀਂ ਪਾਇਆ। ਜੀ। ਸਾਰਿਆਂ ਨੂੰ ਪਾ ਕੇ, ਸਾਇੰਸਦਾਨਾਂ ਨੂੰ ਪਾਓ, ਸਾਬਕਾ ਵਾਈਸ ਚਾਂਸਲਰ ਪਾਓ, ਐਗਰੀਕਲਚਰ ਡਾਇਰੈਕਟਰ ਪਾਓ, ਖੇਤੀਬਾੜੀ ਮਹਿਕਮੇ ਦੇ ਅਫਸਰ ਪਾਓ, ਮੰਡੀ ਬੋਰਡ ਦੇ ਲੋਕ ਪਾਓ, ਕਮਿਸ਼ਨ ਏਜੰਟ ਪਾਓ, ਆੜਤੀਏ ਪਾਓ। ਜੀ। 15-20 ਕਿਸਮਾਂ ਦੇ ਲੋਕ ਇਹ 'ਚ ਪੈਣਗੇ। ਬਿਲਕੁਲ। ਕੋਈ ਕਾਨੂੰਨ ਦਾ ਖਰੜਾ ਹੁਣ ਬਣਾਉਣਾ ਸ਼ੁਰੂ ਕਰਾਂਗੇ ਤਾਂ 6 ਮਹੀਨੇ ਸਾਲ 'ਚ ਕਾਨੂੰਨ ਬਣੂਗਾ। ਸੋ ਆਮ ਆਦਮੀ ਪਾਰਟੀ ਹੁਣੇ ਪੰਜਾਬ ਦੇ ਲੋਕਾਂ ਨੂੰ ਉਹ ਏਜੰਡਾ ਦੱਸੇ। ਅਸੀਂ ਬਾਅਦ 'ਚ ਐਤਕੀ ਮਾਫੀ ਨਹੀਂ ਮੰਗਵਾਉਣੀ। ਜੀ। ਕੈਪਟਨ ਅਮਰਿੰਦਰ ਨੇ ਤਾਂ ਇਹ ਵੀ ਨਹੀਂ ਕਿਹਾ ਕਿ ਮੈਂ ਤਾਂ ਕਿਹਾ ਸੀ ਕਰਜ਼ੇ ਨਾ ਦਈਓ, ਕਿਸ਼ਤਾਂ ਨਾ ਦਈਓ। ਕੈਪਟਨ ਅਮਰਿੰਦਰ ਤਾਂ ਕਹਿੰਦੇ ਅਸੀਂ ਪੜਾਅਵਾਰ ਕਿਸਾਨਾਂ ਦਾ ਕਰਜ਼ਾ ਮਾਫ ਕਰੀ ਜਾਂਦੇ ਹਾਂ, ਜਿਵੇਂ ਜਿਵੇਂ ਪੈਸੇ ਆਈ ਜਾਂਦੇ ਅਸੀਂ ਕਰੀ ਜਾਂਦੇ ਹਾਂ। ਮੁੜ ਕੇ ਇਹੀ ਗੱਲ ਆਮ ਆਦਮੀ ਪਾਰਟੀ ਨੇ ਕਹਿਣੀ ਹੈ ਬਿਲਕੁਲ ਕਿ ਅਸੀਂ 2 ਸਬਜ਼ੀਆਂ ਤੇ MSP ਲਾਤੀ, ਜਿਵੇਂ ਜਿਵੇਂ ਪੈਸੇ ਆਉਣਗੇ ਬਾਕੀਆਂ ਤੇ ਵੀ ਲਾਵਾਂਗੇ। ਬਿਲਕੁਲ। ਕੋਈ ਠੋਸ ਯੋਜਨਾ ਕਾਨੂੰਨ ਬਣਨਾ ਚਾਹੀਦਾ ਹੈ। ਔਰ ਗਗਨ ਅਨਮੋਲ ਮਾਨ ਨੂੰ ਵੀ ਚਾਹੀਦਾ ਹੈ ਕਿ ਇਹ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਉਹਨਾਂ ਨੂੰ ਕਵੇ ਕਿ ਸਾਨੂੰ ਏਜੰਡਾ ਦਿਓ, ਅਸੀਂ ਖਰੜਾ ਬਣਾਈਏ, ਲੋਕਾਂ ਦੇ ਅੱਗੇ ਲੈ ਕੇ ਜਾਈਏ ਵੀ ਇਸ ਤਰੀਕੇ ਦਾ ਸਾਡਾ ਕਾਨੂੰਨ ਹੋਊਗਾ। ਤਾਂ ਤੁਸੀਂ ਲੋਕਾਂ 'ਚ ਆ ਕੇ ਗੱਲ ਕਰੋ, ਨਹੀਂ ਤਾਂ ਲੋਕਾਂ ਨੇ ਭਰੋਸਾ ਨਹੀਂ ਕਰਨਾ ਤੁਹਾਡੀ ਗੱਲ ਤੇ। ਔਰ ਅਸੀਂ ਚਾਹੁੰਦੇ ਹਾਂ, ਮੈਂ ਚਾਹੁੰਦਾ ਪੰਜਾਬ 'ਚ ਆਮ ਆਦਮੀ ਪਾਰਟੀ ਮਜ਼ਬੂਤ ਹੋਵੇ। ਜੇ ਇਹਨਾਂ ਦੀ ਸਰਕਾਰ ਬਣ ਸਕਦੀ ਹੋਵੇ ਤਾਂ ਬਣ ਸਕਦੀ ਹੋਵੇ ਤਾਂ ਜੀ। ਬਣ ਸਕਦੀ ਲਈ ਕੀ ਕਰਨਾ ਪੈਣਾ ਹੈ? ਠੋਸ ਯੋਜਨਾ ਲੈ ਕੇ ਆਉਣੀ ਪੈਣੀ ਹੈ। ਇੱਕ ਦਾ ਸਿੱਧੂ ਵੀ ਚਾਹੀਦਾ ਤੁਹਾਡੇ 'ਚ, ਬਿਲਕੁਲ, ਜਿਹੜਾ ਆਪਣੀ ਗੱਲ ਤੋਂ ਨਾ ਮੁੱਕਰੇ, ਮਾਫੀ ਨਾ ਮੰਗੇ, ਆਪਣੇ ਸਟੈਂਡ ਤੇ ਰਵੇ, ਅਸਤੀਫਾ ਦੇਣ ਨੂੰ ਮਿੰਟ ਲਾਵੇ ਜਿੱਥੇ ਪੰਜਾਬ ਦੇ ਹੱਕ ਦੇ ਉਲਟ ਗੱਲ ਆਉਂਦੀ ਹੈ। ਜੀ। ਤੇ ਕੇਜਰੀਵਾਲ ਸਾਹਿਬ ਤੋਂ ਪੰਜਾਬ ਦੀ ਪਰਾਲੀ ਲਈ ਵੀ ਕੁਝ ਮੰਗ ਲਓ। ਉਹਨਾਂ ਨੂੰ ਕਹੋ ਦਿੱਲੀ ਵਾਲੇ ਪੰਜਾਬ 'ਚ ਆ ਕੇ ਵੀ ਖੜਨ। ਕੇਜਰੀਵਾਲ ਸਾਹਿਬ ਨੂੰ ਵੀ ਇੱਕ ਗੇੜਾ ਪੰਜਾਬ ਦਾ ਲਵਾ ਦਿਓ। ਰਾਹੁਲ ਗਾਂਧੀ ਤਾਂ ਲਾ ਗਿਆ। ਜੀ। ਇਹ ਫੇਰ ਗੱਲ ਮੰਨਣੀ ਹੈ ਬੀਬੀ ਗਗਨ ਠੀਕ ਹੈ, ਨੌਜਵਾਨ ਲੀਡਰ ਨੇ, ਪੰਜਾਬ ਦੇ ਲਈ ਉਹਨਾਂ ਦੇ ਮਨ 'ਚ ਬਹੁਤ ਕੁਝ ਕਰਨ ਦਾ ਜਜ਼ਬਾ ਹੈ। ਪਰ ਪ੍ਰੈਸ ਵਾਲਿਆਂ ਅੱਗੇ ਆ ਕੇ ਇਹ ਕਹਿਣਾ
ਕਿ ਸਾਡੀ ਸਰਕਾਰ ਆ ਗਈ ਅਸੀਂ ਸਭ ਕੁਝ ਕਰ ਦਿਆਂਗੇ। ਇਹ ਸਵਾਲ ਪਹਿਲਾਂ ਤੁਸੀਂ ਆਪਣੇ ਲੀਡਰਾਂ ਤੋਂ ਪੁੱਛੋਗੇ ਕਿ ਕੀ ਕੁਝ ਕਰ ਦਿਓਗੇ, ਉਹਦੇ ਲਈ ਤੁਹਾਡੇ ਕੋਲ ਯੋਜਨਾ ਕੀ ਹੈ ਜੀ। ਅਗਲੀ ਚੋਣ ਹੈ ਜਿਹੜੀ ਉਹ ਅੱਖਾਂ ਬੰਦ ਕਰਕੇ ਨਹੀਂ ਲੜੀ ਜਾਣੀ ਗਗਨ। ਬਿਲਕੁਲ। ਲੋਕ ਕੈਪਟਨ ਤੋਂ ਵੀ ਹਿਸਾਬ ਮੰਗਣਗੇ, ਆਊਗਾ ਸਮਾਂ। ਬਿਲਕੁਲ ਜੀ। ਲੋਕ ਦੱਸਣਗੇ ਵੀ ਆਹ ਦੇਖ ਤੁਸੀਂ ਕਿਹਾ ਸੀ ਕਿਸ਼ਤ ਨਾ ਮੋੜਿਓ ਤੇ ਅਸੀਂ ਨਹੀਂ ਮੋੜੀ ਸੀ ਤੇ ਸਾਨੂੰ ਇੰਨਾ ਭੁਗਤਣਾ ਪਿਆ। ਬਿਲਕੁਲ। ਵਕਤ ਬਦਲ ਗਿਆ ਜੀ। ਬਾਕੀ ਠੀਕ ਹੈ, ਜਿਵੇਂ ਗਾਇਕੀ 'ਚ ਇਹਨਾਂ ਨੇ ਤਰੱਕੀ ਹਾਸਲ ਕੀਤੀ ਹੈ, ਸ਼ੁਭ ਕਾਮਨਾਵਾਂ ਨੇ ਗਗਨ ਅਨਮੋਲ ਮਾਨ ਦਾ। ਅਸੀਂ ਤਾਂ ਚਾਹਾਂਗੇ ਕਿ ਵਿਧਾਨ ਸਭਾ ਦੇ ਵਿੱਚ ਵੀ ਪਹੁੰਚਣ ਸਾਡੇ ਕਲਾਕਾਰ, ਜੀ ਵਿਧਾਨ ਸਭਾ 'ਚ ਜਾਣ। ਮੁਹੰਮਦ ਸਦੀਕ ਵੀ ਦੇਖੋ ਗਏ ਹੋਏ ਆ ਭਗਵੰਤ ਮਾਨ ਵੀ ਆਪਣਾ ਕਲਾਕਾਰ ਹੀ ਹੈ ਜੀ। ਹੋਰ ਜਾਣ ਕਲਾਕਾਰ ਵਿਧਾਨ ਸਭਾ 'ਚ, ਵੱਧ ਤੋਂ ਵੱਧ ਕਲਾਕਾਰ ਉੱਥੇ ਹੋਣ। ਹਾਂਜੀ, ਹੋ ਸਕਦਾ ਕਲਾਕਾਰ ਹੀ ਵਿਧਾਨ ਸਭਾ ਨੂੰ ਲਾਈਵ ਕਰਾ ਲੈਣ, ਵੀ ਵਿਧਾਨ ਸਭਾ ਦਾ ਲਾਈਵ ਪ੍ਰਸਾਰਣ ਦਿਖਾਓ। ਬਿਲਕੁਲ। ਸੋ ਬਿਲਕੁਲ ਆਉਣ ਵਾਲੇ ਦਿਨਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਪੰਜਾਬ ਦੀ ਜਨਤਾ ਨੇ ਹਿਸਾਬ ਮੰਗਣਾ। ਇਹ ਨਾ ਸੋਚਣ ਕੋਈ ਵੀ ਸਰਕਾਰਾਂ ਕਿ ਕਿਸਾਨੀ ਮੁੱਦਿਆਂ ਦੇ ਪਿੱਛੇ ਉਹਨਾਂ ਦੇ ਚੋਣ ਵਾਅਦੇ ਲੁਕ ਜਾਣਗੇ, ਕਿਉਂਕਿ ਜਦੋਂ 2022 ਦਾ ਇਮਤਿਹਾਨ ਆਉਣਾ ਹੈ ਉਦੋਂ ਪੰਜਾਬ ਦੇ ਲੋਕਾਂ ਨੇ ਹਰ ਇੱਕ ਗੱਲ ਦਾ ਜਵਾਬ ਮੰਗਣਾ ਹੈ। ਸੋ ਡੱਲਾ ਸਾਹਿਬ ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ।